जी का खालसा वाहिगुरु जी की फतेह। जुगो जुग अटल शब्द गुरु हाजरा हजूर जहरा जहूर। धन श्री गुरु ग्रंथ साहिब जी महाराज जी की पावन पवित्र हजूरी च अमृत वेले दे सजे हुए सचखंड दीवाना च हाजरियां भर रही गुरु की साजी और निवाजी हुई गुरु खालसा साध संगत जीओ। सतगुरां दी महान कृपा वरत रही है कि गुरुदेव की कृपा के रंग विच आप समूह माई भाई अपने आप नूं रंग के अपने जीवन दीयां घड़ियां गुरु लेखे ला के सफला कर रहे। सरबासा पूर्ण करने वाली श्री आसा जी दी वार दे शब्द कीर्तन रागी ਸਿੰਘਾਂ ਦੀ रसना तो आप जी ने सरवण कीते हैं। गुरबाणी गुर शब्द दी विचार नाल जुड़न लई इस वक्त आप समूह माई भाई गुरु चरना च जुड़ बैठे। सतगुरां दा लख लख शुक्र है कि जिहड़ा कल दा समागम गुरुदेव की दया नाल कृपा नाल बड़ी चढ़दी कला विच आप सारी संगत के सहयोग नाल होया। जिन्हां जिन्हां माइयां भाइयां ने समागमां विच सहयोग कीता हाजरियां भरियां ने सब दा धन्नवाद है। अमृत वेले सतगुरु जी ने पावन पवित्र श्री मुखवाक दी दात बख्शिश कीती है। आओ कुछ समय वास्ते अपनियां सुरतियां बिरतियां गुरु चरनां नाल जोड़िए। सतगुरु जी दे चरनां विच अपना ध्यान केंद्रित करदे होया अपनी रसना दी पवित्रता लई आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। बेलावाला महला पंजवा। माना ताना प्रभ आराध्य मेल साध समाग। राग बिलावल है। पंजवें पातशाह धन श्री गुरु अर्जन देव साहिब जी का उच्चारण किया होया पावन पवित्र श्री मुखवाक शब्द है। मन करके तन करके प्रभु की आराधना करिए। तन की आराधना और मन की आराधना यानी कि मन करके भी और कर्म करके ते बचन करके तीन चीज़ां ने मन बच ते कर्म। जदों मन ते तन की गल कीती इहदा मतलब मन बच कर्म करके प्रभु की आराधना करिए। असीं आराधना विच बैठदे हां साडा मन किते हुंदा है शरीर कुछ कर रहा हुंदा है। यानी कि तिन्नां विच एक सुरता नहीं हुंदी।
ਮਨ ਬਚ ਕਰਮ ਵਿੱਚ ਤਿੰਨਾਂ 'ਚ ਇੱਕ ਸੂਤਰ ਕੰਮ ਨਹੀਂ ਕਰਦਾ, ਸ਼ਬਦ ਦਾ। ਉਹ ਤਿੰਨੇ ਹੀ ਬਿਖਰੇ ਰਹਿੰਦੇ ਨੇ। ਇਹਨਾਂ ਵਿੱਚ ਸ਼ਬਦ ਦਾ ਸੂਤਰ ਜਦੋਂ ਇੱਕ ਹੋ ਕੇ ਚੱਲੇਗਾ, ਫਿਰ ਖੇਡ ਬਣਦੀ ਹੈ, ਫਿਰ ਕਲਾ ਵਰਤਦੀ ਹੈ। ਜਦੋਂ ਇਹ ਤਿੰਨੇ ਖਿੰਡੇ ਪੁੰਡੇ ਹੋਏ ਨੇ, ਸੱਜੇ ਖੱਬੇ, ਮਨ ਕਿਤੇ, ਤਨ ਕਿਤੇ ਤੇ ਬਚਨ ਕਿਤੇ, ਮਨ ਬਚ ਕਰਮ ਤਿੰਨੇ ਹੀ ਵੱਖੋ ਵੱਖਰੇ ਨੇ, ਤਾਂ ਫਿਰ ਗੱਲ ਨਹੀਂ ਬਣਦੀ। ਸਾਹਿਬ ਕਹਿੰਦੇ, ਮੈਂ ਮਨ ਕਰਕੇ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰਦਾ। ਸਾਧਨਾ ਤਨ ਦੀ ਵੀ ਹੈ, ਸਾਧਨਾ ਮਨ ਦੀ ਵੀ ਹੈ। ਮਨ ਦੀ ਸਾਧਨਾ ਵੀ ਕਠਿਨ ਹੈ, ਪਰ ਸਰੀਰ ਦੀ ਸਾਧਨਾ ਵੀ ਕੁਝ ਘੱਟ ਕਠਿਨ ਨਹੀਂ ਹੈ। ਸਰੀਰ ਨੂੰ ਵੀ ਸਾਧਿਆ ਜਾਂਦਾ ਹੈ। ਭਲਵਾਨ ਕੁਸ਼ਤੀ ਲੜਦੇ ਨੇ, ਜੇ ਉਹ ਸਰੀਰ ਦੀ ਸਾਧਨਾ ਨਾ ਕਰਨ, ਸਰੀਰ ਦੀ ਕਮਾਈ ਨਾ ਕਰਨ, ਕਸਰਤ ਨਾ ਕਰਨ, ਖੁਰਾਕ ਨਾ ਖਾਣ, ਤਾਂ ਉਹ ਆਪਣਾ ਬਲ ਪ੍ਰਗਟ ਨਹੀਂ ਕਰ ਸਕਣਗੇ। ਉਹ ਵੀ ਇੱਕ ਸਾਧਨਾ ਹੈ ਸਰੀਰ ਦੀ। ਤਨ ਦੀ ਸਾਧਨਾ ਗੁਰਸਿੱਖਾਂ ਦੇ ਵਿੱਚ ਕਿਵੇਂ ਹੈ? ਅੰਮ੍ਰਿਤ ਵੇਲੇ ਉੱਠਣਾ, ਹੱਲ ਕਰਨਾ, ਸਰੀਰ ਨੂੰ ਉਹਦਾ ਆਦੀ ਬਣਾਉਣਾ, ਇਸ਼ਨਾਨ ਪਾਨ ਕਰਨ ਦਾ ਤਨ ਦੀ ਸਾਧਨਾ ਨਾ। ਚੌਂਕੜਾ ਮਾਰ ਕੇ ਕੁਝ ਸਮਾਂ ਬੈਠਣ ਦੀ ਸਾਧਨਾ। ਬਹੁਤਿਆਂ ਕੋਲੋਂ ਚੌਂਕੜਾ ਨਹੀਂ ਵੱਜਦਾ, ਭਾਵੇਂ ਜਵਾਨੀ ਦੀ ਅਵਸਥਾ 'ਚ ਹੋਣ, ਉਹ ਬੈਠ ਹੀ ਨਹੀਂ ਸਕਦੇ। ਇਹ ਵੀ ਤਾਂ ਸਾਧਨਾ ਹੈ। ਤਨ ਦੀ ਸਾਧਨਾ, ਜਦੋਂ ਅਸੀਂ ਕੋਈ ਮਾੜੀਆਂ ਭੈੜੀਆਂ ਚੀਜ਼ਾਂ ਦਾ ਤਿਆਗ ਕਰਦੇ ਹਾਂ, ਤਨ ਦੀ ਸਾਧਨਾ। ਬਹੁਤ ਸਾਰੀਆਂ ਐਸੀਆਂ ਭੱਦੀਆਂ ਚੀਜ਼ਾਂ ਜਿਨ੍ਹਾਂ ਬਾਰੇ ਗੁਰਮਤਿ ਮਰਿਆਦਾ ਦੇ ਅਨੁਸਾਰ ਗੁਰਦੇਵ ਨੇ ਸਾਨੂੰ ਵਰਜਿਤ ਕੀਤਾ, ਅਸੀਂ ਉਹ ਤਿਆਗਦੇ ਹਾਂ। ਤਨ ਦੀ ਸਾਧਨਾ। ਪਰ ਕੇਵਲ ਤਨ ਦੀ ਸਾਧਨਾ 'ਚ ਹੀ ਲੱਗੇ ਰਹਿਣਾ, ਮਨ ਪਾਸੇ ਜਾਣਾ ਹੀ ਨਾ, ਉੱਥੇ ਫਿਰ ਇਕੱਲੇ ਤਨ ਦੀ ਸਾਧਨਾ ਨੂੰ ਗੁਰਦੇਵ ਨੇ ਖੰਡਨ ਕੀਤਾ। ਇਕੱਲਾ ਸਰੀਰ ਨੂੰ ਸਾਧਣਾ, ਮਨ ਨੂੰ ਸਾਧਣਾ ਹੀ ਨਹੀਂ, ਤੇ ਫਿਰ ਗੁਰਦੇਵ ਕਹਿੰਦੇ ਆ, ਸੱਪ ਨੂੰ ਮਾਰਨਾ ਨਹੀਂ ਤੇ ਉੱਤੋਂ ਖੁੱਡ ਨੂੰ ਡਾਂਗਾਂ ਨਾਲ ਕੁੱਟ ਰਹੇ ਆ, ਉਹਦਾ ਕੋਈ ਫਾਇਦਾ ਨਹੀਂ। ਵਰਮੀ ਮਾਰੀ ਸਾਪ ਨਾ ਮੂਆ। ਤਨ ਦੀ ਸਾਧਨਾ ਦੇ ਨਾਲ ਨਾਲ ਮਨ ਦੀ ਸਾਧਨਾ ਵੀ ਹੈ। ਸਰੀਰ ਕਰਕੇ ਮਾੜੇ ਕਰਮਾਂ ਤੋਂ ਅਸੀਂ ਤਿਆਗੀ ਰਹਿਣਾ, ਪਰ ਇਸਤਰੀ, ਪਰ ਪੁਰਖ, ਹੋਰ ਬਹੁਤ ਸਾਰੀਆਂ ਭੈੜੀਆਂ ਭੱਦੀਆਂ ਵਸਤੂਆਂ ਜਿਹਨੂੰ ਤਨ ਕਰਕੇ ਤਿਆਗਣਾ ਹੈ, ਮਨ ਕਰਕੇ ਵੀ ਤਿਆਗਣਾ ਹੈ। ਪਰ ਬਹੁਤ ਸਾਰਾ ਕੁਝ ਐਸਾ ਹੈ ਜੋ ਅਸੀਂ ਸਰੀਰ ਕਰਕੇ ਤਿਆਗ ਦਿੰਦੇ ਹਾਂ, ਪਰ ਮਨ ਵਿੱਚ ਸਾਡੇ ਉਹਦੀ ਕੋਈ ਨਾ ਕੋਈ ਲੇਸ਼ ਦੀ ਬਿਰਤੀ ਰਹਿ ਜਾਂਦੀ। ਪਰ ਐਸਾ ਨਹੀਂ ਹੈ ਕਿ ਤੁਸੀਂ ਤਨ ਕਰਕੇ ਤਿਆਗਿਆ ਤੇ ਮਨ ਕਰਕੇ ਨਹੀਂ ਤਿਆਗਿਆ ਤੇ ਉਸ ਦਾ ਕੋਈ ਲਾਭ ਨਹੀਂ। ਤਨ ਕਰਕੇ ਕੋਈ ਮਾੜੀ ਭੈੜੀ ਨਸ਼ੇ ਦੀ ਵਸਤੂ ਛੱਡ ਦਿੱਤੀ ਹੈ, ਤਨ ਕਰਕੇ। ਮਨ ਕਰਕੇ ਜੇ ਕਦੇ ਕਿਤੇ ਪਕੜ ਬਣ ਗਈ ਤਾਂ ਉਸ ਨਸ਼ੇ ਦਾ ਜੋ ਨੁਕਸਾਨ ਹੈ ਉਹ ਘੱਟੋ ਘੱਟ ਉਹਦੇ ਤੋਂ ਤਾਂ ਬਚਾਂਗੇ ਨਾ। ਛੱਡਣਾ ਤਾਂ ਮਨ ਕਰਕੇ ਵੀ ਹੈ, ਪਰ ਸਾਧਨਾ ਤਨ ਦੀ ਵੀ ਹੋਣੀ ਚਾਹੀਦੀ ਹੈ। ਸ਼ੁੱਧ ਖਾਣਾ, ਭਲਾ ਖਾਣਾ, ਜਿਹੜੀ ਵਿਹਿਤ ਹੋਵੇ। ਅਵਿਹਿਤ ਵਸਤੂ ਨੂੰ ਖਾਵਾਂਗੇ ਜਿਸ ਦਾ ਨਿਸ਼ੇਧ ਹੈ, ਉਹ ਤਨ ਤੇ ਵੀ ਮਾੜਾ ਪ੍ਰਭਾਵ ਪਾਵੇਗੀ, ਮਨ ਤੇ ਵੀ ਮਾੜਾ ਪ੍ਰਭਾਵ ਪਾਵੇਗੀ। ਇਸ ਕਰਕੇ ਗੁਰਸਿੱਖ ਪੁਰਾਤਨ ਸਮਿਆਂ 'ਚ ਵਿਵੇਕ ਰੱਖਦੇ, ਤਨ ਦੀ ਸਾਧਨਾ ਵੀ ਕਰਦੇ, ਪਰ ਨਾਲ ਨਾਲ ਮਨ ਦੀ ਸਾਧਨਾ ਵੀ। ਜੇ ਇਕੱਲਾ ਤਨ ਤੱਕ ਹੀ ਉਲਝ ਕੇ ਰਹਿ ਗਿਆ, ਮਨ ਤੱਕ ਨਹੀਂ ਪਹੁੰਚਿਆ, ਤੇ ਫਿਰ
ਉਹ ਸਾਧਨਾ ਅਧੂਰੀ ਹੈ, ਪੂਰੀ ਨਹੀਂ। ਇਸ ਕਰਕੇ ਗੁਰਦੇਵ ਨੇ ਇੱਥੇ ਮਨ ਔਰ ਤਨ ਦੋਨਾਂ ਦੀ ਗੱਲ ਕੀਤੀ ਹੈ ਕਿ ਮਨ ਤੇ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੀਏ। ਪੁੱਛਿਆ ਜੀ ਮਹਾਰਾਜ ਕਿੱਥੇ ਜਾ ਕੇ ਆਰਾਧੀਏ ਜਿਹੜੀ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਥਾਂ ਹੋਵੇ, ਉੱਤਮ ਥਾਂ ਹੋਵੇ? ਤਾਂ ਗੁਰਦੇਵ ਕਹਿੰਦੇ ਮਿਲ ਸਾਧ ਸਮਾਗੈ। ਸਾਧ ਜਨਾਂ ਦੀ ਸੰਗਤ ਦੇ ਸਮਾਗਮ ਵਿੱਚ ਮਿਲ ਕੇ, ਸਾਧ ਸਮਾਗਮ ਵਿੱਚ ਮਿਲ ਕੇ ਮਨ ਕਰਕੇ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੀਏ। ਸਾਧ ਸਮਾਗਮ, ਸਾਧ ਸਮਾਗੈ। ਸਮਾਗੈ ਦਾ ਜਦੋਂ ਅਰਥ ਮੇਰੀ ਸੁਰਤ ਵਿੱਚ ਆਉਂਦਾ, ਸਮਾਗੈ ਜਿੱਥੇ ਸਾਰਿਆਂ ਦਾ ਆਉਣਾ ਇੱਕ ਸਮਾਨ ਹੈ, ਜਿੱਥੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਾ ਕੋਈ ਭੇਦ ਨਾ ਰੱਖਿਆ ਜਾਏ, ਜਿੱਥੇ ਹਿੰਦੂ ਮੁਸਲਮਾਨ ਈਸਾਈ ਯਹੂਦੀ ਦਾ ਭੇਦ ਨਾ ਰੱਖਿਆ ਜਾਏ, ਜਿੱਥੇ ਅਮੀਰ ਗਰੀਬ ਦਾ ਰਾਜੇ ਭਿਖਾਰੀ ਦਾ ਕੋਈ ਭੇਦ ਨਾ ਰੱਖਿਆ ਜਾਏ, ਉਸ ਸਾਧ ਸਮਾਗਮ ਵਿੱਚ ਮਿਲ ਕੇ ਗੁਰਦੇਵ ਕਹਿੰਦੇ ਮਨ ਕਰਕੇ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੀਏ। ਉਚਰਤ ਗੁਣ ਗੋਪਾਲ ਜਾਸ, ਦੂਰ ਤੇ ਜਾਮ ਭਾਗੈ। ਜਦੋਂ ਗੋਪਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵਾਂਗੇ, ਉਚਰਾਂਗੇ, ਉਹਦਾ ਜਸ ਕਰਾਂਗੇ, ਉਹਦਾ ਪ੍ਰਤਾਪ ਇਹ ਹੈ ਕਿ ਜਿਹੜੇ ਜਮ ਨੇ ਉਹ ਦੂਰੋਂ ਹੀ ਭੱਜ ਜਾਣਗੇ, ਨੱਠ ਜਾਣਗੇ। ਗੋਪਾਲ ਦੇ ਜਸ ਦਾ ਇਹ ਪ੍ਰਤਾਪ ਹੈ, ਪਰਮੇਸ਼ਰ ਦੀ ਮਹਿਮਾ ਦਾ ਇਹ ਪ੍ਰਤਾਪ ਹੈ ਕਿ ਜਮ ਦੂਰੋਂ ਹੀ ਭੱਜ ਜਾਣਗੇ। ਰਾਮ ਨਾਮ ਜੋ ਜਨ ਜਪੈ, ਆਨ ਦੇਨਾ ਸਾਧ ਜਾਗੈ। ਰਾਮ ਦੇ ਨਾਮ ਨੂੰ ਜਿਹੜੇ ਜਨ ਜਪਦੇ ਹਨ, ਰਾਮ ਦੇ ਨਾਮ ਨੂੰ ਜਿਹੜੇ ਜਨ ਜਪਦੇ ਹਨ, ਸਾਹਿਬ ਕਹਿੰਦੇ ਉਹ ਰਾਤ ਦਿਨ ਜਾਗਦੇ ਨੇ। ਇੱਕ ਜਾਗਣਾ ਤੇ ਸਵਣਾ ਸਰੀਰ ਦੀ ਪ੍ਰਕਿਰਿਆ ਹੈ, ਇੱਕ ਜਾਗਣਾ ਤੇ ਸਵਣਾ ਅੰਤਰੀਵੀ ਪ੍ਰਕਿਰਿਆ ਹੈ। ਇੱਥੇ ਰਾਤ ਦਿਨ ਜਾਗਣ ਦਾ ਮਤਲਬ ਹੈ ਕਿ ਸਾਵਧਾਨ ਰਹਿਣਾ, ਚੁਕੰਨੇ ਰਹਿਣਾ। ਜਿਹੜੇ ਜਨ ਰਾਮ ਦੇ ਨਾਮ ਨੂੰ ਜਪਦੇ ਨੇ ਉਹ ਰਾਤ ਦਿਨ ਸਾਵਧਾਨ ਰਹਿੰਦੇ ਨੇ। ਮਜਾਲ ਹੈ ਕਿਤੇ ਉਹਨਾਂ ਦੇ ਮਨ ਵਿੱਚ ਰੰਚਕ ਭਰ ਵੀ ਕਿਤੇ ਕੋਈ ਮਾੜਾ ਫੁਰ ਨਾ ਆ ਜਾਏ, ਕੋਈ ਵਿਕਾਰ ਆ ਜਾਏ, ਆਉਣ ਲੱਗੇ ਇੱਕਦਮ ਚੁਕੰਨੇ ਹੋ ਕੇ ਉਸ ਦੇ ਸਾਹਮਣੇ ਆ ਕੇ ਖਲੋ ਜਾਂਦੇ, ਚੱਲ ਵੀ ਤੇਰੀ ਇੱਥੇ ਅੰਤਸ਼ ਕਰਨ ਚ ਕੋਈ ਥਾਂ ਨਹੀਂ, ਤੇਰਾ ਇੱਥੇ ਕੋਈ ਸਥਾਨ ਨਹੀਂ। ਰਾਮ ਦਾ ਨਾਮ ਹੀ ਐਸੀ ਕਲਾ ਹੈ ਜਿਸ ਦੁਆਰਾ ਵਿਕਾਰਾਂ ਤੋਂ ਛੁਟਕਾਰਾ ਹੋ ਸਕਦਾ, ਜਿਹਦੇ ਸਾਧਨਾ ਦੇ ਨਾਲ ਇਹ ਸਦਾ ਵਾਸਤੇ ਜਾਗਰਤ ਅਵਸਥਾ 'ਚ ਰਹਿ ਸਕਦਾ। ਜਾਗਣਾ ਰਖ ਰਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਜਿਹੜੇ ਰੱਬ ਦੇ ਪਿਆਰੇ ਨੇ ਉਹ ਆਪਣਾ ਹਰ ਇੱਕ ਜ਼ਿੰਦਗੀ ਦਾ ਕਦਮ ਵਿਚਾਰ ਦੇ ਨਾਲ ਅੱਗੇ ਰੱਖਦੇ ਨੇ। ਮਜਾਲ ਹੈ ਕਿਤੇ ਕੋਈ ਕਦਮ ਉਹਨਾਂ ਦਾ ਲੜਖੜਾ ਕੇ ਕਿਸੇ ਮਾੜੇ ਰਾਹ ਤੇ ਵਧੇ। ਇਹਨੂੰ ਕਹਿੰਦੇ ਨੇ ਜਾਗਣਾ। ਸਾਡੇ ਵਰਗੇ ਮਨਮੁਖਾਂ ਦੀ ਜ਼ਿੰਦਗੀ, ਮਨਮੁਖ ਤਾਂ ਕਹਿ ਰਹੇ ਹਾਂ ਕਿ ਗੁਰਮੁਖਤਾਈ ਦੀ ਖੇਡ ਤਾਂ ਬੜੀ ਨਿਰਾਲੀ ਤੇ ਪਰੇ ਦੀ ਹੈ, ਗੁਰੂ ਬਣਾ ਦੇਵੇ। ਅਸੀਂ ਉਹ ਕਰਦੇ ਹਾਂ ਜੋ ਸਾਡਾ ਮਨ ਕਹਿੰਦਾ, ਤੇ ਜੋ ਮਨ ਕਹੇ ਤੇ ਕਰੀਏ ਤੇ ਫਿਰ ਮਨਮੁਖ ਹੋਏ। ਸੁੱਤਿਆਂ ਜ਼ਿੰਦਗੀ ਲੰਘ ਜਾਂਦੀ ਹੈ।
ਗਫਲਤ ਦੀ ਗੂੜੀ ਨੀਂਦ ਵਿੱਚ। ਸਰੀਰਕ ਤੌਰ ਤੇ ਸਭਨੇ ਆ, ਜਾਗਨੇ ਆ, ਬਸ ਇਹ ਸਾਨੂੰ ਪਤਾ ਹੈ, ਸੁਰਤ ਕਰਕੇ ਸੁੱਤੇ ਹੀ ਪਏ। ਜਿਹੜੇ ਮਾਈ ਭਾਈ ਰਾਮ ਦੇ ਨਾਮ ਨੂੰ ਜਪਦੇ ਹਨ, ਪਾਤਸ਼ਾਹ ਕਹਿੰਦੇ ਉਹ ਰਾਤ ਦਿਨ ਜਾਗਦੇ ਨੇ, ਉਹ ਸਦਾ ਜਾਗਦੇ ਹਨ। ਤੰਤ ਮੰਤ ਨਹਿ ਜੋਹਈ ਤੇਤ ਚਾਖ ਨ ਲਾਗੈ। ਪਾਤਸ਼ਾਹ ਕਹਿੰਦੇ ਜਿਹੜੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਸਾਧਨਾ ਕਰਦੇ ਨੇ, ਉਹਨਾਂ ਤੇ ਨਾ ਕੋਈ ਦੁਨੀਆ ਦਾ ਤੰਤਰ ਚੱਲਦਾ, ਨਾ ਮੰਤਰ ਚੱਲਦਾ। ਇਹ ਤੰਤਰ ਮੰਤਰ ਨਹੀਂ ਜੋਂਦੇ ਉਹਨਾਂ ਨੂੰ, ਨਾ ਉਹਨਾਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗਦੀ। ਤਿਤ ਚਾਖ ਨਾ ਲੱਗੈ, ਬੁਰੀ ਨਜ਼ਰ ਵੀ ਨਹੀਂ ਲੱਗਦੀ। ਨਾ ਉਹਨਾਂ ਨੂੰ ਕੋਈ ਤੰਤਰ ਮੰਤਰ ਜੋਂਦਾ ਜਿਹੜੇ ਗੁਰਬਾਣੀ ਪੜ੍ਹਦੇ ਨੇ। ਜਿਹੜਾ ਗੁਰਸਿੱਖ ਗੁਰਬਾਣੀ ਦਾ ਜਾਪ ਕਰਦਾ, ਮੂਲ ਮੰਤਰ ਦਾ ਜਾਪ ਕਰਦਾ, ਗੁਰ ਮੰਤਰ ਦਾ ਅਭਿਆਸ ਕਰਦਾ, ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਜਾਂ ਸੁਣਦਾ ਹੈ, ਉਸ ਤੇ ਦੁਨੀਆ ਦਾ ਕੋਈ ਤੰਤਰ ਮੰਤਰ ਨਹੀਂ ਚੱਲਦਾ। ਬਹੁਤੇ ਤਾਂ ਪਖੰਡੀ ਹੁੰਦੇ ਨੇ ਸੰਸਾਰ ਵਿੱਚ। ਲੋਕ ਮਾਨਸਿਕ ਤੌਰ ਤੇ ਬਿਮਾਰ ਨੇ, ਸਰੀਰਕ ਤੌਰ ਤੇ ਭਾਵੇਂ ਤੰਦਰੁਸਤ ਹੋਣ ਪਰ ਮਾਨਸਿਕ ਤੌਰ ਤੇ ਬਿਮਾਰ ਨੇ। ਜਦੋਂ ਮਨ ਦੇ ਵਿੱਚ ਇਸ ਤਰ੍ਹਾਂ ਦੀ ਬਿਰਤੀ ਬਣਾ ਲਈ ਕਿ ਫਲਾਣੇ ਨੇ ਮੇਰਾ ਮਾੜਾ ਕੀਤਾ ਜਾਂ ਕਰਨਾ ਹੈ, ਉਹ ਮੇਰਾ ਮਾੜਾ ਕਰਦਾ ਹੈ, ਤਾਂ ਉਹ ਕਰੇ ਨਾ ਕਰੇ, ਸਾਡੀ ਜਿਹੜੀ ਮਾਨਸਿਕ ਬਿਰਤੀ ਆ ਉਹਨੇ ਜ਼ਰੂਰ ਕਰ ਦੇਣਾ। ਜਦੋਂ ਤੁਸੀਂ ਨੈਗੇਟਿਵ ਥਾਟ ਆਪਣੇ ਹਿਰਦੇ ਵਿੱਚ ਪਾਲ ਲਿਆ, ਨਕਾਰਾਤਮਕ ਬਿਰਤੀ ਬਣਾ ਲਈ ਵੀ ਫਲਾਣੇ ਨੇ ਮੇਰਾ ਨੁਕਸਾਨ ਕਰਨਾ, ਅਮਕੇ ਨੇ, ਜਿਸ ਪ੍ਰਤੀ ਕੋਈ ਇਹ ਧਾਰਨਾ ਬਣ ਗਈ, ਉਹ ਕਰੇ ਨਾ ਕਰੇ ਪਰ ਉਹ ਜਿਹੜੇ ਸਾਡੇ ਅੰਦਰ ਉਹ ਨੈਗੇਟਿਵ ਥਾਟ ਆਇਆ ਉਹਨੇ ਜ਼ਰੂਰ ਕਰ ਦੇਣਾ। ਉਹ ਬਿਲਕੁਲ ਉਦਾਂ ਦਾ ਬਣਾ ਦੇਣਾ ਜਿਸ ਤਰ੍ਹਾਂ ਦੀ ਉਹ ਬਿਰਤੀ ਆਈ। ਫਿਰ ਕਹਿੰਨੇ ਵੇਖਿਆ ਮੈਂ ਕਿਹਾ ਸੀ ਨਾ, ਫਲਾਣੇ ਨੇ, ਉਹ ਆਇਆ ਸਾਡੇ ਘਰ ਵਿੱਚ, ਉਹਨੇ ਏਦਾਂ ਕੀਤਾ ਤਾਂ ਹੋਇਆ, ਉਸਨੇ ਨਹੀਂ ਕੀਤਾ। ਮਿਲਣਾ ਸਭ ਨੂੰ ਆਪੋ ਆਪਣੇ ਕਰਮਾਂ ਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇ ਤੰਤਰ ਮੰਤਰ ਕੀਤਿਆਂ ਕਿਸੇ ਦੇ ਕੋਲੋਂ ਕੁਝ ਖੋਇਆ ਜਾ ਸਕਦਾ, ਜਾਂ ਤੰਤਰ ਮੰਤਰ ਕਰਕੇ ਕਿਸੇ ਨੂੰ ਕੁਝ ਦਿੱਤਾ ਜਾ ਸਕਦਾ, ਤਾਂ ਇਸ ਸੰਸਾਰ ਦੇ ਵਿੱਚ ਤਾਂਤਰਿਕ ਹੀ ਤਾਂਤਰਿਕ ਹੋਣੇ ਸੀ ਹਰ ਜਗ੍ਹਾ ਤੇ। ਪਖੰਡੀ ਦੰਭੀ ਅੱਜ ਵੀ ਬਹੁਤ ਨੇ, ਜਿਹੜੇ ਦਾਅਵਾ ਕਰਦੇ ਨੇ, ਕਹਿੰਦੇ ਆਓ ਜੀ ਸਾਡੇ ਕੋਲ 24 ਘੰਟਿਆਂ 'ਚ ਤੁਹਾਡੀ ਸਮੱਸਿਆ ਦਾ ਸਮਾਧਾਨ ਕਰਾਂਗੇ। ਬੜੇ ਫਿਰਦੇ। ਕੱਖ ਨੇ ਉਹਨਾਂ ਦੇ ਪੱਲੇ ਭਾਈ। ਮਨ ਵਿੱਚ ਗੁਰਸਿੱਖ ਦੇ ਗੁਰੂ ਦੇ ਉੱਤੇ ਭਰੋਸਾ ਹੁੰਦਾ ਹੈ, ਉਸ ਭਰੋਸੇ ਨਾਲ ਗੁਰਸਿੱਖ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਾ। ਔਰ ਪਾਤਸ਼ਾਹ ਕਹਿੰਦੇ ਜਿਹੜਾ ਗੁਰਬਾਣੀ ਪੜ੍ਹਨ ਵਾਲਾ, ਭਜਨ ਕਰਨ ਵਾਲਾ, ਉਹਦੇ ਤੇ ਤੰਤਰ ਮੰਤਰ ਨਹੀਂ ਚੱਲਦੇ। ਤੰਤ ਮੰਤ ਨਹਿ ਜੋ ਹੋਈ, ਨਾ ਤੰਤਰ ਜੋਂਦੇ ਨੇ ਨਾ ਮੰਤਰ ਜੋਂਦੇ ਨੇ। ਤਿਤ ਝਾਖ ਨਾ ਲਾਗੈ, ਨਾ ਉਹਨਾਂ ਨੂੰ ਕਿਸੇ ਦੀ ਨਜ਼ਰ ਲੱਗਦੀ ਹੈ ਬੁਰੀ। ਹਾਂਜੀ। ਰਹਾਉ ਕਾਮ ਕ੍ਰੋਧ ਮਾਦ ਮਾਨ ਮੋਹ ਬਿਨ ਸੇ ਅਨੁਰਾਗ। ਕਾਮ, ਕ੍ਰੋਧ, ਹੰਕਾਰ, ਮਾਣ, ਮੋਹ, ਇਹ ਜਿੰਨੀਆਂ ਮਾੜੀਆਂ ਭੈੜੀਆਂ ਬਿਰਤੀਆਂ ਨੇ, ਪਰਮੇਸ਼ਰ ਨਾਲ ਪ੍ਰੇਮ ਕੀਤਿਆਂ ਸਭ ਬਿਨਸ ਜਾਂਦੀਆਂ। ਬਿਨ ਸੇ ਅਨੁਰਾਗ ਹੈ। ਜਦੋਂ ਪਰਮੇਸ਼ਰ ਦਾ ਅਨੁਰਾਗ ਹੋਵੇ, ਅਕਾਲ ਪੁਰਖ ਦਾ ਅਨੁਰਾਗ ਹੋਵੇ, ਤਾਂ ਪਰਮੇਸ਼ਰ ਦੇ ਅਨੁਰਾਗ ਨਾਲ ਕਾਮ ਵੀ ਚਲਾ ਜਾਂਦਾ ਹੈ, ਹੰਕਾਰ ਵੀ ਚਲਾ ਜਾਂਦਾ ਹੈ, ਮਾਣ ਵੀ ਚਲਾ ਜਾਂਦਾ ਤੇ ਮੋਹ ਵੀ ਚਲਾ ਜਾਂਦਾ। ਹਾਂਜੀ। ਆਨੰਦ ਮਗਨ ਰਸ ਰਾਮ ਰੰਗ
ਨਾਨਕ ਸਰਨਾਗੈ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਆਨੰਦ ਦੇ ਰਸ ਵਿੱਚ ਗੁਰਮੁਖ ਮਗਨ ਰਹਿੰਦੇ ਹਨ। ਆਨੰਦ ਮਗਨ ਰਸ ਰਾਮ ਰੰਗ, ਰਾਮ ਦੇ ਰੰਗ ਵਿੱਚ, ਪਰਮੇਸ਼ਰ ਦੇ ਰਸ ਵਿੱਚ ਗੁਰਮੁਖ ਆਨੰਦ ਵਿੱਚ ਰਹਿੰਦੇ ਹਨ। ਨਾਨਕ ਸਰਨਾਗੈ, ਹੇ ਪ੍ਰਭੂ ਮੈਂ ਤੁਹਾਡੀ ਸ਼ਰਨ ਵਿੱਚ, ਮੈਂ ਉਹਨਾਂ ਦੀ ਸ਼ਰਨ ਵਿੱਚ ਵੀ ਹਾਂ ਜਿਹੜੇ ਤੁਹਾਡੇ ਆਨੰਦ ਦੇ ਰਸ ਵਿੱਚ ਮਗਨ ਰਹਿੰਦੇ ਹਨ। ਉਹਨਾਂ ਗੁਰਸਿੱਖਾਂ ਦੀ ਪਨਾਹ ਵਿੱਚ ਹਾਂ। ਇਹ ਸਾਹਿਬ ਜੀ ਤੁਹਾਡੀ ਸ਼ਰਨ ਵਿੱਚ ਹਾਂ।